ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਦਰ ਦਰ ਬਾਜੈ ਜਾਏ ਕੈ, ਕਿਉ ਡਿਠੋ ਘੜਿਆਲ। ਇਹੋ ਨਿਦੋਸ਼ਾਂ ਮਾਰੀਐ, ਹਮ ਦੋਸ਼ਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ, ਪਹਰੀ ਲਹਿ ਸਜਾਏ। ਸੋ ਹੇੜਾ ਘੜਿਆਲ ਜਿਉ ਦੁਖੀ ਰਹਿਣ ਵਿਹਾਏ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇਹ। ਜੇ 100 ਵਰਿਆ ਜੀਵਣਾ, ਭੀ ਤਨ ਹੋਸੀ ਖੇਹ। ਜੇ 100 ਵਰਿਆ ਜੀਵਣਾ, ਭੀ ਤਨ ਹੋਸੀ ਖੇਹ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਸਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਦਇਆ ਸਦਕਾ ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਗੁਰੂ ਦੀ ਰਹਿਮਤ ਹੋਈ ਹੈ, ਐਸੇ ਗੁਰੂ ਦੇ ਕੋਲ ਸਜਣ ਦਾ ਸੁਭਾਗ ਭਰਿਆ ਸਮਾਂ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਸੋ ਆਓ ਇਸ ਪਹਿਰ ਦਾ ਆਪਾਂ ਲਾਹਾ ਖੱਟੀਏ ਜੀ। ਅੱਜ ਦਾ ਜੋ ਪਾਵਨ ਬਚਨ ਹੈ, ਇਹ ਬਚਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਉਹਨਾਂ ਦੀ ਰਸਨਾ ਤੋਂ ਗਾਇਆ ਹੋਇਆ ਹੈ। ਮੁੱਖ ਵਾਕ ਰਾਗ ਜੈਤ ਸਰੀ ਦੇ ਵਿੱਚ 700 ਅੰਗ ਤੇ ਉੱਪਰਲੇ ਪਾਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਪਾਵਨ ਸ਼ਬਦ ਅੰਕਿਤ ਹੈ, ਸੁਭਾਈਮਾਨ ਹੈ। ਇਸ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਵਿਰਲੇ ਗੁਰਮੁਖਾਂ ਦੀ ਗੱਲ ਕੀਤੀ ਆ, ਜਿਹੜੇ ਸਮਝਦੇ ਆ ਕੇਵਲ ਦੁਨੀਆ ਤੇ ਇੱਥੇ ਸਾਡਾ ਅਸਲ ਮਿੱਤਰ ਕੌਣ ਹੈ। ਜਿਨ੍ਹਾਂ ਨੂੰ ਇਹ ਗੱਲ ਦੀ ਸੋਝੀ ਆਉਂਦੀ ਆ, ਸਮਝ ਪੈਂਦੀ ਆ,
ਕਿ ਦੁਨੀਆ ਦੇ ਵਿੱਚ ਪਰਮ ਮਿੱਤਰ ਕੌਣ ਹੁੰਦਾ ਇਨਸਾਨ ਦਾ। ਨਾਲ ਨਿਭਮਾ ਸਾਥ ਕਿਸ ਦਾ ਹੁੰਦਾ ਸਦਾ ਵਾਸਤੇ। ਜਿਹਦੇ ਤੇ ਕਿਰਪਾ ਹੁੰਦੀ ਆ ਉਹੀ ਇਹ ਗੱਲਾਂ ਬੁੱਝ ਸਕਦਾ ਹੈ। ਮਾਂ ਪਿਓ ਵੀ ਹਨ, ਪਤਨੀ ਪਤੀ, ਪੁੱਤਰ, ਰਿਸ਼ਤੇਦਾਰ, ਮਿੱਤਰ ਤੇ ਭਰਾ, ਸਾਰੇ ਕਿਸੇ ਨਾ ਕਿਸੇ ਪੂਰਬਲੇ ਸੰਜੋਗਾਂ ਕਰਕੇ ਮਿਲੇ ਹੋਏ ਹਨ। ਪਰ ਅੰਤ ਸਮੇਂ ਵਿੱਚ ਇਹ ਨਹੀਂ ਸਹਾਈ ਹੋ ਸਕਦੇ ਤਾਂ ਕੌਣ ਆ ਜਿਹੜਾ ਸਹਾਈ ਹੋਵੇਗਾ ਮਨ ਦਾ। ਹਰ ਬਿਨ ਹਰੀ ਦੇ ਨਾਮ ਬਿਨਾ ਕੌਣ ਸਹਾਈ ਮਨ ਕਾ। ਕੌਣ ਆ ਜਿਹੜਾ ਇਹ ਸਹਾਈ ਹੋ ਸਕਦਾ ਇਸ ਮਨ ਦਾ। ਉਹਦੇ ਨਾਮ ਤੋਂ ਬਿਨਾ ਕੋਈ ਵੀ ਨਹੀਂ। ਇਹ ਗੁਰਮੁਖਾਂ ਨੂੰ ਪਛਾਣ ਆਉਂਦੀ ਹੈ ਇਸ ਗੱਲ ਦੀ। ਨਹੀਂ ਜਿਹੜਾ ਮਨਮੁਖ ਬੰਦਾ ਉਹਦਾ ਕੀ ਹਾਲ ਹੁੰਦਾ। ਉਹਨੂੰ ਬਾਬਾ ਫਰੀਦ ਜੀ ਬਹੁਤ ਸੋਹਣਾ ਕਹਿੰਦੇ ਆ। ਫਰੀਦਾ ਜਾ ਤੋਂ ਖੱਟਣ ਵੇਲ, ਜਾ ਤੋਂ ਖੱਟਣ ਵੇਲ, ਵੇਲ ਤੋਂ ਭਾਵ ਸਮਾਂ ਵੇਲਾ। ਜਦੋਂ ਤਾਂ ਖੱਟਣ ਦਾ ਵੇਲਾ ਸੀ ਕੁਝ ਕਮਾਉਣ ਦਾ ਕਮਾਈ ਦਾ, ਤਾ ਤੂੰ ਰੱਤਾ ਦੁਨੀ ਸਿਉ। ਦੁਨੀ ਤੋਂ ਭਾਵ ਉਹਨਾਂ ਕੰਮਾਂ ਵਿੱਚ ਲੱਗਾ ਰਹੋ ਜਿਨ੍ਹਾਂ ਦਾ ਕੋਈ ਵੀ ਅਰਥ ਨਹੀਂ ਸੀ। ਜਦੋਂ ਨਾਮ ਦੀ ਕਮਾਈ ਕਰਨ ਦਾ ਖੱਟਣ ਦਾ ਵੇਲਾ ਸੀ, ਤਾ ਤੂੰ ਰੱਤਾ ਦੁਨੀ ਸਿਉ, ਉਦੋਂ ਤੂੰ ਹੋਰ ਹੀ ਬੇਅਰਥ ਦੇ ਕੰਮਾਂ ਵਿੱਚ ਰੱਤਾ ਰਿਹਾ ਹੈ, ਲੱਗਾ ਰਿਹਾ ਹੈ। ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਹੌਲੀ ਹੌਲੀ ਉਹ ਜਿਹੜਾ ਦਿਨ ਆ, ਮੌਤ ਜਿਹਨੂੰ ਕਹਿੰਦੇ ਆ, ਉਹ ਨੇੜੇ ਆ ਰਿਹਾ ਹੈ। ਪਰ ਤੈਨੂੰ ਅਜੇ ਤੱਕ ਇਸ ਗੱਲ ਦਾ ਚਾਨਣ ਨਹੀਂ ਹੋ ਪਾਇਆ ਕਿ ਤੇਰਾ ਪਰਮ ਮਿੱਤਰ ਕੌਣ ਆ। ਜੈਤ ਸਰੀ ਮਹੱਲਾ ਪੰਜਵਾ। ਰਾਗ ਜੈਤ ਸਰੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ। ਘਰ ਤੀਜਾ, ਤੀਜੇ ਘਰ ਦੇ ਵਿੱਚ ਗਾਉਣ ਲਈ ਆਖ ਰਹੇ ਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਹੈ। ਓੰਕਾਰ ਉਹਦੀ ਧੁਨੀ ਆ। ਬਣਾਉਣ ਵਾਲਾ, ਪਾਲਣ ਵਾਲਾ, ਮਿਟਾਉਣ ਵਾਲਾ ਉਹੀ ਆ। ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਸੱਚੇ ਗੁਰੂ ਦੇ ਕਿਰਪਾ ਦੇ ਨਾਲ ਸਾਧ ਸੰਗਤ ਵਿੱਚ ਆ ਕੇ ਬੈਠੀਦਾ ਹੈ। ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਚੰਗੇ ਸੁਭਾਅ ਵਾਲਾ ਇਨਸਾਨ ਬਣਦਾ ਕੋਈ। ਸੱਚੇ ਗੁਰੂ ਦੇ ਕਿਰਪਾ ਦੇ ਪਾਤਰ ਬਣ ਕੇ ਹੀ ਚੰਗਾ ਗੁਰਸਿੱਖ ਬਣਿਆ ਜਾ ਸਕਦਾ। ਕੋਈ ਜਾਣੈ ਕਵਣ ਈਹਾ ਜਗ ਮੀਤ। ਕੌਣ ਜਾਣਦਾ ਸੰਗਤ ਕਰਨ ਤੋਂ ਬਿਨਾਂ, ਕੌਣ ਜਾਣਦਾ ਇੱਥੇ ਦੁਨੀਆ ਦੇ ਵਿੱਚ ਅਸਲੀ ਮਿੱਤਰ ਕੌਣ ਹੁੰਦਾ ਬੰਦੇ ਦਾ। ਸੰਗਤ ਕੀਤੇ ਹੀ ਸੋਝੀ ਆਉਂਦੀ ਆ। ਸੰਗਤ ਕੀਤੇ ਤੋਂ ਬਿਨਾਂ ਆਪਦੇ ਅਸਲੀ ਮਿੱਤਰ ਦੀ ਪਛਾਣ ਨਹੀਂ ਹੁੰਦੀ। ਸੰਗਤ ਕੀਤੇ ਬਿਨਾਂ ਪਰਖ ਨਹੀਂ ਹੁੰਦੀ ਚੰਗੇ ਮਾੜੇ ਕਰਮਾਂ ਦੀ। ਸੰਗਤ ਕੀਤੇ ਬਿਨਾਂ ਆਪੇ ਦੀ ਸੋਝੀ ਨਹੀਂ ਆਉਂਦੀ। ਸੰਗਤ ਕੀਤੇ ਬਿਨਾਂ ਗਿਆਨ ਨਹੀਂ ਹੁੰਦਾ। ਸੰਗਤ ਕੀਤੇ ਬਿਨਾਂ ਮੈਲ ਨਹੀਂ ਉਤਰਦੀ। ਸੰਗਤ ਕੀਤੇ ਬਿਨਾਂ ਇਨਸਾਨ ਜਿਹੜਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦਾ। ਸੋ ਸੰਗਤ ਬਹੁਤ ਜ਼ਰੂਰੀ ਆ। ਕੋਈ ਜਾਣੈ ਕਵਣ ਈਹਾਂ ਜਗ ਮੀਤ। ਕੌਣ ਆ ਜਿਹੜਾ ਜਾਣਦਾ ਕਿ ਅਸਲੀ ਮਿੱਤਰ ਕੌਣ ਆ। ਕੋਈ ਕੋਈ ਆ ਉਹ। ਕਰੋੜਾਂ ਪਿੱਛੇ ਕੋਈ ਇੱਕ ਅੱਧਾ ਵਾ ਜਿਹਦੇ ਦਿਲ 'ਚ ਉਹਦੀ ਯਾਦ ਹੁੰਦੀ ਆ, ਜਿਹਦੇ ਦਿਲ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਹੁੰਦੀ ਆ। ਨਹੀਂ ਬਹੁਤੀ ਵਾਰ ਭਗਤੀ ਵੀ ਹੰਕਾਰ ਬਣ ਜਾਂਦੀ ਆ। ਬਹੁਤੀ ਵਾਰ ਜਿਹੜੀ ਭਗਤੀ ਆ ਉਹ ਵੀ ਆਪਾਂ ਵੇਖਦੇ ਹਾਂ ਉਹਦੇ ਵਿੱਚ ਹਉਮੈ ਆ ਜਾਂਦੀ ਆ।
ਬਹੁਤ ਲੋਕਾਂ ਦਾ ਦਾਨ ਪੁੰਨ ਵੀ ਹੰਕਾਰ ਨਾਲ ਲਿਬੜਿਆ ਹੋਇਆ, ਸੇਵਾ ਦੇ ਵਿੱਚ ਵੀ ਹਉਮੈ ਹੁੰਦੀ ਆ। ਇਹ ਤਾਂ ਕੋਈ ਆ ਜਿਹੜਾ ਸੱਚੇ ਦਿਲੋਂ ਆਪਾ ਗਵਾ ਕੇ ਆਪ ਗਵਾਏ ਤਾਂ ਕਿਛ ਪਾਏ। ਜਦੋਂ ਆਪ ਗਵਾ ਕੇ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਦਾ ਤਾਂ ਦਰਗੇ ਪਾਵੇ ਮਾਣ। ਕੋਈ ਆਊ, ਕੋਈ ਤੋਂ ਭਾਵ ਕਰੋੜਾਂ ਪਿੱਛੇ ਕੋਈ, ਸੱਚੀ ਇੱਕ ਅੱਧਾ ਹੀ ਆ। ਤੇਰਾ ਜਨ ਏਕ ਆਦ ਕੋਈ, ਜਿਹਦੇ ਅੰਦਰ ਤੇਰੀ ਯਾਦ ਚੱਲਦੀ ਆ, ਜਿਹਦੀ ਸੇਵਾ ਸਿਮਰਨ ਕੀਤਾ ਹੋਇਆ ਹੰਕਾਰ ਨਹੀਂ ਬਣਦਾ, ਜਿਹਦਾ ਦਾਨ ਪੁੰਨ ਮੈਲਾ ਨਹੀਂ ਹੈਗਾ, ਦਾਨ ਪੁੰਨ ਕਰਕੇ ਜੋ ਹੰਕਾਰ 'ਚ ਹੀ ਨਹੀਂ ਆਉਂਦਾ, ਜੋ ਸਦਾ ਹੀ ਨੀਵਾਂ ਰਹਿੰਦਾ, ਉਹ ਫਿਰ ਇਸ ਤਰ੍ਹਾਂ ਕੋਈ ਆ। ਕੋਈ ਜਾਣੈ ਥੋੜ੍ਹੇ ਆ ਉਹ ਬਹੁਤ, ਮਾਤ ਪਿਤਾ ਭਾਈ ਸੁਤ ਬੰਤਾ, ਹਿਤ ਲਾਗੋ ਸਭ ਫਨਕਾ। ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਜਿਹਦੇ ਤੇ ਕਿਰਪਾ ਹੋ ਜਾਂਦੀ ਆ ਉਹੀ ਇਹ ਗੱਲਾਂ ਨੂੰ ਬੁੱਝਦਾ। ਤਾਂ ਕਿ ਨਿਰਮਲ ਰੀਤ ਕਿ ਮਾਤ ਪਿਤਾ ਬੰਨਤਾ ਸੁਤ ਬੰਦਪ, ਮਾਂ ਪਿਓ ਪਤਨੀ ਘਰ ਵਾਲੀ ਜਾਂ ਪਤੀ, ਪੁੱਤਰ ਸੁਤ ਬੰਦਪ ਰਿਸ਼ਤੇਦਾਰ, ਇਸ਼ਟ ਮੀਤ ਅਰ ਭਾਈ, ਮਿੱਤਰ ਤੇ ਭਰਾ, ਇਹੀ ਸੰਬੰਧ ਹੁੰਦੇ ਆ। ਇਨਸਾਨ ਦੇ ਸੰਬੰਧ ਕਿਵੇਂ ਜੁੜਦੇ ਆ? ਨਾਨਕਿਆਂ ਦੇ ਹੁੰਦੇ ਆ ਰਿਸ਼ਤੇ, ਦਾਦਕਿਆਂ ਦੇ ਹੁੰਦੇ ਆ, ਸਹੁਰਿਆਂ ਦੇ ਹੁੰਦੇ ਆ। ਨਾਨਕਿਆਂ ਦੇ ਰਿਸ਼ਤੇ ਮਾਂ ਤੋਂ ਚੱਲਦੇ ਆ, ਦਾਦਕਿਆਂ ਦੇ ਰਿਸ਼ਤੇ ਪਿਤਾ ਤੋਂ ਚੱਲਦੇ ਆ, ਸਹੁਰਿਆਂ ਦੇ ਰਿਸ਼ਤੇ ਪਤਨੀ ਤੋਂ ਚੱਲਦੇ ਆ। ਇਹੀ ਸਾਕ ਸੰਬੰਧ ਹੁੰਦੇ ਆ। ਜਾਂ ਵੱਧ ਤੋਂ ਵੱਧ 4 5 10 15 20 ਮਿੱਤਰ ਹੁੰਦੇ ਆ, ਅੱਬਲ ਇੰਨੇ ਹੁੰਦੇ ਹੀ ਨਹੀਂ। ਇਹੀ ਬੰਦੇ ਦਾ ਆਪਸੀ ਆਪਾਂ ਕਹਿ ਸਕਦੇ ਆ ਸੰਬੰਧ ਆ। ਮਾਤ ਪਿਤਾ ਮਾਂ ਪਿਓ, ਘਰ ਵਾਲੀ ਪਤਨੀ ਘਰ ਵਾਲਾ, ਪਤੀ ਪੁੱਤਰ ਧੀ, ਬੰਧਪ ਰਿਸ਼ਤੇਦਾਰ, ਮਿੱਤਰ ਤੇ ਭਰਾ, ਇਹੀ ਆਸੇ ਪਾਸੇ ਆ ਸਾਡੇ। ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਵੀ ਸਿਰਫ ਤੇ ਸਿਰਫ ਤਾਂ ਮਿਲ ਗਏ ਆ। ਕਿਸੇ ਦਾ ਕੁਝ ਲੈਣਾ ਹੈ, ਕਿਸੇ ਦਾ ਕੁਝ ਦੇਣਾ ਹੈ, ਕਿਸੇ ਤੋਂ ਕੁਝ ਲੈਣਾ ਹੋਵੇਗਾ, ਕਿਸੇ ਦਾ ਕੁਝ ਦੇਣਾ ਹੋਵੇਗਾ। ਪੂਰਬ ਜਨਮ ਕੇ, ਕੋਈ ਪੁਰਾਣਾ ਸੰਬੰਧ ਆ ਇਹਨਾਂ ਨਾਲ, ਤਾਂ ਇੱਥੇ ਆ ਕੇ ਮਿਲੇ ਸੰਜੋਗੀ, ਤਾਂ ਸਾਡੇ ਘਰੇ ਕੋਈ ਪੁੱਤ ਧੀ ਬਣ ਕੇ ਆਇਆ, ਕੋਈ ਭਰਾ ਬਣ ਕੇ ਮਿਲ ਗਿਆ, ਕੋਈ ਮਿੱਤਰ ਬਣ ਕੇ ਮਿਲ ਗਿਆ, ਹੁਣੇ ਆਪਦਾ ਲੈਣਾ ਦੇਣਾ ਪੂਰਾ ਕਰ ਲਿਆ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਪਰ ਅੰਤ ਸਮੇਂ ਇਹ ਮਦਦਗਾਰ ਨਹੀਂ ਹੋ ਸਕਦੇ ਕਮਾਈ ਦੇ ਕੰਮਾਂ ਵਿੱਚ, ਨਾਮ ਦੀ ਕਮਾਈ ਵਿੱਚ। ਉਹ ਬੰਦੇ ਨੂੰ ਆਪ ਕਰਨੀ ਪੈਂਦੀ ਹੈ। ਮਾਂ ਪਿਓ ਤੋਂ ਉੱਪਰ ਕੀ ਹੁੰਦਾ ਬੰਦੇ ਲਈ? ਬੰਤਾ ਪਤਨੀ ਫਿਰ ਸਭ ਕੁਝ ਹੋ ਜਾਂਦੀ ਹੈ, ਜਾਂ ਪਤੀ ਸਭ ਕੁਝ ਹੋ ਜਾਂਦਾ। ਜਦੋਂ ਬੰਦਾ ਵਿਆਹਿਆ ਜਾਂਦਾ ਫਿਰ ਪੁੱਤਾਂ ਧੀਆਂ ਨਾਲ ਲਗਾਵ ਹੁੰਦਾ, ਫਿਰ ਅੱਗੇ ਰਿਸ਼ਤੇਦਾਰ ਬਣ ਜਾਂਦੇ ਆ, ਫਿਰ ਮਿੱਤਰ ਹੁੰਦੇ ਆ, ਭਰਾ ਹੁੰਦਾ, ਹੌਲੀ ਹੌਲੀ ਰਿਸ਼ਤੇ ਜਿਹੜੇ ਆ ਜੁੜ ਜਾਂਦੇ ਆ। ਪਰ ਇਹ ਬਹੁਤ ਪਿਆਰੇ ਰਿਸ਼ਤੇ ਆ ਸਾਕ, ਪਰ ਇਹ ਨਾਮ ਦੀ ਕਮਾਈ ਵਿੱਚ ਸਹਾਈ ਨਹੀਂ ਹੋ ਸਕਦੇ। ਉਹਦੇ ਲਈ ਤੁਹਾਨੂੰ ਆਪ ਨੂੰ ਹੀ ਉੱਦਮ ਕਰਨਾ ਪਵੇਗਾ। ਕਿਸੇ ਦੇ ਵੰਡੇ ਦਾ ਕੋਈ ਲੇਖਾ ਨਹੀਂ ਦੇ ਸਕਦਾ, ਕਿਸੇ ਦੀ ਜਗ੍ਹਾ 'ਤੇ ਕੋਈ ਖੜ ਕੇ ਇਹ ਨਹੀਂ ਆਖ ਸਕਦਾ ਤੇਰੀ ਜਗ੍ਹਾ ਮੈਂ ਮਰ ਜਾਨਾ। ਕਿਸੇ ਦੀ ਜਗ੍ਹਾ ਕੋਈ ਰੋਟੀ ਨਹੀਂ ਖਾ ਸਕਦਾ। ਜਿਹਨੂੰ ਭੁੱਖ ਲੱਗੀ ਆ ਉਹਨੂੰ ਖਾਣੀ ਪੈਣੀ ਆ, ਜਿਹਨੂੰ ਪਿਆਸ ਲੱਗੀ ਉਹਨੂੰ ਖੁਦ ਨੂੰ ਪਾਣੀ ਪੀਣਾ ਪੈਣਾ। ਜੇ ਕੋਈ ਆਪਦਾ ਸੁਧਾਰ ਕਰਨਾ ਚਾਹੁੰਦਾ ਉਹਨੂੰ ਖੁਦ ਨੂੰ ਸੰਗਤ ਕਰਨੀ ਪੈਣੀ ਆ। ਬੱਚੇ ਦੀ ਜਗ੍ਹਾ ਮਾਂ ਸੰਗਤ ਕਰੇ, ਉਹ ਬੱਚੇ ਨੂੰ ਨਹੀਂ ਮਿਲ ਸਕਦੀ। ਬੱਚਾ ਸੰਗਤ ਕਰੇ ਗੁਰੂ ਕੋਲ, ਉਹ ਮਾਂ ਨੂੰ ਨਹੀਂ ਮਿਲ ਸਕਦਾ। ਤਾਂ ਕਰਕੇ ਇਹ ਸਿਰਫ ਕਿਸੇ ਤੋਂ ਕੁਝ ਲੈਣਾ ਹੈ। ਗੁਰੂ ਅਰਜਨ ਦੇਵ ਜੀ ਕਿਸੇ ਦਾ ਕੁਝ ਦੇਣਾ ਹੈ। ਇਹ ਹਿਸਾਬ ਕਿਤਾਬ ਪੂਰਾ ਕਰਨ ਲਈ ਇੱਥੇ ਇਕੱਠੇ ਹੋ ਗਏ ਹਾਂ। ਪੂਰਬ ਜਨਮ ਕੇ ਮਿਲੇ ਸੰਜੋਗੀ, ਪੂਰਬ ਜਨਮ ਕੇ, ਪੂਰਬ ਤੋਂ ਭਾਵ ਪਹਿਲਾਂ ਦਾ ਸੰਬੰਧ ਆ ਇਹ ਇਹਨਾਂ ਨਾਲ। ਇਹ ਪਹਿਲੀ ਵਾਰ ਨਹੀਂ ਪੁੱਤ ਬਣ ਕੇ ਧੀ ਬਣ ਕੇ ਘਰ ਵਿੱਚ ਆਈ ਜਾਂ ਆਇਆ। ਇਹ ਕੋਈ ਪੁਰਾਣਾ ਸੰਬੰਧ ਸੀ, ਕੋਈ ਰਹਿ ਗਿਆ ਹੋਣਾ ਹੈ।
ਲੇਖਾ ਨਿਬੜਨ ਵਾਲਾ, ਉਹਦੇ ਕਰਕੇ ਆ ਗਏ ਆ। ਉਹਦੇ ਕਰਕੇ ਘਰ ਚੁਣ ਲਿਆ ਇਹਨਾਂ ਨੇ। ਸਾਡੇ ਘਰ ਵਿੱਚ ਹੀ ਆਏ, ਹੋਰ ਘਰ ਬਹੁਤ ਸੀ, ਇੱਥੇ ਕਿਉਂ ਆਏ ਆ? ਕਈ ਵਾਰ ਬੱਚੇ ਦੁੱਖ ਦਿੰਦੇ ਆ, ਆਪਾਂ ਕਹਿੰਦੇ ਆ ਜਨਮ ਹੀ ਸਾਨੂੰ ਪੀੜਾ ਦੇਣ ਲਈ ਸੀ। ਹੋਊਗਾ ਕੋਈ ਪੁਰਾਣਾ ਸੰਬੰਧ। ਗੁਰੂ ਅਰਜਨ ਦੇਵ ਜੀ ਕਹਿੰਦੇ ਪਹਿਲਾਂ ਤੁਸੀਂ ਇਹਨਾਂ ਨੂੰ ਕੋਈ ਪਰੇਸ਼ਾਨ ਕੀਤਾ ਹੋਣਾ, ਹੁਣ ਇਹ ਆ ਗਏ ਤੁਹਾਨੂੰ ਦੁੱਖ ਦੇਣ ਵਾਸਤੇ। ਅੰਤੇ ਕੋ ਨਾ ਸਹਾਈ, ਅੰਤ ਸਮੇਂ ਨਹੀਂ ਸਹਾਈ ਹੋ ਸਕਦੇ। ਉਹਦੇ ਲਈ ਤੁਹਾਨੂੰ ਖੁਦ ਨੂੰ ਬੰਦਗੀ ਕਰਨੀ ਪੈਣੀ ਆ। ਜਿਹੜਾ ਪਾਣੀ ਪੀਊਗਾ ਉਹਦੀ ਤੇ ਬੁਝੂਗੀ। ਪੁੱਤ ਨੂੰ ਤੇ ਲੱਗੀ ਆ, ਮਾਂ ਪਾਣੀ ਪੀ ਲੇ, ਪੁੱਤ ਪਿਆਸਾ ਹੀ ਆ। ਧੀ ਨੂੰ ਪਿਆਸ ਲੱਗੀ, ਭੁੱਖ ਲੱਗੀ ਆ, ਮਾਂ ਨੇ ਰੋਟੀ ਖਾ ਲਈ, ਧੀ ਉਵੇਂ ਹੀ ਆ। ਕਿਸੇ ਦੀ ਜਗ੍ਹਾ ਪ੍ਰਸ਼ਾਦਾ ਖਾਧਾ ਹੋਇਆ ਵੀ ਰੱਜ ਕਿਸੇ ਨੂੰ ਨਹੀਂ ਦੇ ਸਕਦਾ। ਫਿਰ ਕਿਸੇ ਦੀ ਜਗ੍ਹਾ ਕੀਤੀ ਹੋਈ ਬੰਦਗੀ ਕਿਵੇਂ ਕਿਸੇ ਨੂੰ ਮਿਲ ਸਕਦੀ ਆ? ਤਾਂ ਉਹਦੇ ਲਈ ਖੁਦ ਨੂੰ ਹੀ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਦੁਨੀਆ ਦਾ ਕੋਈ ਵੀ ਕੰਮ ਪੈਸਾ ਦੇ ਕੇ ਅਸੀਂ ਕਰਵਾ ਸਕਦੇ ਹਾਂ। ਲੋਕ ਕਰਵਾ ਲੈਂਦੇ ਆ, ਘਰ ਵਿੱਚ ਬੂਟੇ ਲਵਾਉਣੇ ਆ, ਕੁਰਸੀ ਢਾਹ ਕੇ ਬਹਿ ਜਾਓ, ਮਾਲੀ ਨੂੰ ਪੈਸੇ ਦੇ ਦਿਓ, ਦੇਖੀ ਚੱਲੋ ਲਾ ਜੂਗਾ। ਸੋਨੇ ਦੇ ਗਹਿਣੇ ਕਢਵਾਉਣੇ ਆ, ਸੁਨਿਆਰੇ ਨੂੰ ਪੈਸੇ ਦੇ ਦਿਓ, ਜੇਬਾਂ 'ਚ ਹੱਥ ਪਾ ਕੇ ਚਲੇ ਜਾਓ, ਕਰ ਦੂ ਤੁਹਾਡਾ ਕੰਮ। ਸਭ ਕੁਝ ਹੋ ਜਾਂਦਾ ਪੈਸੇ ਨਾਲ। ਇੱਕ ਕੰਮ ਆ ਜਿਹੜੀ ਬੰਦਗੀ ਆ, ਉਹ ਪੈਸੇ ਨਾਲ ਨਹੀਂ ਹੋ ਸਕਦੀ। ਉਹ ਤੁਹਾਨੂੰ ਖੁਦ ਨੂੰ ਹੀ ਕਮਾਉਣੀ ਪਊਗੀ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਬਾਬਾ ਫਰੀਦ ਜੀ ਦੀ ਸਾਖੀ ਮੈਂ ਪੜ੍ਹ ਰਿਹਾ ਸੀ, ਬਹੁਤ ਪਿਆਰੀ ਆ, ਬਹੁਤ ਵਧੀਆ ਲੱਗੀ ਮੈਨੂੰ। ਜਦੋਂ ਵੀ ਆਪਾਂ ਕੁਝ ਚੰਗਾ ਪੜ੍ਹੀਦਾ ਹਮੇਸ਼ਾ ਉਦੋਂ ਵਾਹਿਗੁਰੂ ਅੱਗੇ ਅਰਦਾਸ ਕਰੀਦੀ ਆ ਕਿ ਹੇ ਵਾਹਿਗੁਰੂ, ਇਹ ਸਰਬ ਸਾਂਝਾ ਹੀ ਆ। ਕੋਈ ਵੀ ਚੰਗਾ ਵਿਚਾਰ, ਕੋਈ ਵੀ ਮਹਾਤਮਾ ਦੁਨੀਆ ਦਾ, ਉਹਦੀ ਚੰਗੀ ਸਾਖੀ, ਇਹ ਸਾਰਾ ਸੰਗਤ ਵਿੱਚ ਸਾਂਝਾ ਕਰਨਾ ਹੁੰਦਾ। ਆਪਦੇ ਤੱਕ ਰੱਖ ਕੇ ਇਹਨੂੰ ਕਬਰਾਂ 'ਚ ਜਾਂ ਸ਼ਮਸ਼ਾਨ ਘਾਟ ਨਹੀਂ ਜਾਣਾ, ਇਹਨੂੰ ਵੰਡ ਕੇ ਛਕਣਾ। ਇਹ ਦਿਲ 'ਚ ਰੀਝ ਹੁੰਦੀ ਹੈ। ਬਾਬਾ ਫਰੀਦ ਜੀ ਜਦੋਂ ਨਵੇਂ ਨਵੇਂ ਲੱਗੇ ਬੰਦਗੀ ਕਰਨ, ਉਹ ਇੱਥੇ ਹੁਕਮਨਾਮਾ ਵੀ ਆ ਕਿ ਕਈ ਵਾਰੀ ਬੰਦਗੀ ਵੀ ਹੰਕਾਰ ਬਣ ਜਾਂਦੀ ਹੈ, ਕਈ ਵਾਰੀ ਸੇਵਾ ਵੀ ਹੰਕਾਰ ਬਣ ਜਾਂਦੀ ਹੈ, ਦਾਨ ਪੁੰਨ ਵੀ ਹੰਕਾਰ ਬਣ ਜਾਂਦਾ। ਬਣਦਾ ਤੁਸੀਂ ਵੇਖਿਆ ਹੋਊਗਾ, ਸਭ ਨੇ ਵੇਖਿਆ। ਦਾਨ ਵੀ ਹੰਕਾਰ ਬਣ ਸਕਦਾ, ਸੇਵਾ ਵੀ ਤੇ ਭਗਤੀ ਵੀ ਬਣ ਜਾਂਦੀ ਹੈ। ਬਾਬਾ ਫਰੀਦ ਜੀ ਪਹਿਲਾਂ ਜਵਾਨੀ 'ਚ ਸੀਗੇ, ਹਜੇ ਨਵੇਂ ਨਵੇਂ ਲੱਗੇ ਆ, ਬੰਦਗੀ ਬਹੁਤ ਕੀਤੀ, ਬੋਲ ਪੂਰੇ ਹੋਣ ਲੱਗ ਗਏ। ਇਹ ਪਹਿਲਾ ਸਟੈਪ ਆ ਬੰਦਗੀ ਦਾ। ਸੁਪਨੇ ਸੱਚ ਹੋਣੇ, ਬੋਲ ਪੂਰੇ ਹੋਣੇ, ਬਚਨ ਪੂਰੇ ਹੋ ਜਾਣੇ। ਬੈਠੇ ਸੀ ਇੱਕ ਦਿਨ ਅੱਖਾਂ ਮੀਟ ਕੇ, ਟਹਿਣੀ ਦੇ ਉੱਪਰ ਜੰਗਲ 'ਚ ਬੈਠੇ ਸੀ। ਪਹਿਲਾਂ ਇੱਦਾਂ ਹੀ ਕਰਦੇ ਸੀ। ਚਿੜੀਆਂ ਆਈਆਂ, ਚਿੜੀਆਂ ਨੇ ਚੀਂ ਚੀਂ ਕੀਤਾ ਕਿ ਉਹਨਾਂ ਦਾ ਸੁਭਾਅ ਹੀ ਆ, ਵਾਹਿਗੁਰੂ ਨੇ ਬਣਾਈਆਂ ਉੱਦਾਂ। ਇਹਨਾਂ ਨੂੰ ਡਿਸਟਰਬੈਂਸ ਹੋ ਗਈ ਕਿ ਇਹਨਾਂ ਨੂੰ ਐਂ ਨਹੀਂ ਕਿਹਾ ਕਿ ਗੀਤ ਗਾਉਂਦੀਆਂ ਵੀ ਰੱਬ ਦੇ, ਕਹਿੰਦੇ ਰੌਲਾ ਪਾਉਂਦੀਆਂ, ਮੈਨੂੰ ਬੰਦਗੀ ਨਹੀਂ ਕਰਨ ਦਿੰਦੀਆਂ। ਚਿੜੀਆਂ ਨੂੰ ਕਿਹਾ ਤੁਸੀਂ ਮਰ ਕਿਉਂ ਨਹੀਂ ਜਾਂਦੀਆਂ? ਅਜੇ ਕਿਹਾ ਹੀ ਆ ਤੇ ਡਿੱਗ ਪਈਆਂ ਥੱਲੇ, ਟਾਹਣੀ ਤੋਂ ਮਰ ਗਈਆਂ, ਥੱਲੇ ਡਿੱਗ ਪਈਆਂ। ਦੇਖਿਆ ਇਹਨਾਂ ਨੂੰ ਕੀ ਹੋ ਗਿਆ, ਸੱਚੀ ਮਰ ਗਈਆਂ ਕਹਿਣ ਦੇ ਨਾਲ। ਫਿਰ ਤਰਸ ਆ ਗਿਆ, ਤਰਸ ਆਇਆ, ਕਹਿੰਦੇ ਜਿਉਂ ਪੋ, ਉਹ ਜਿਉਂ ਪਈਆਂ। ਉੱਠ ਕੇ ਫਿਰ ਟਹਿਣੀ 'ਤੇ ਬਹਿ ਕੇ ਆਪਦਾ ਸੰਗੀਤ ਗਾਉਣ ਲੱਗੀਆਂ। ਹੰਕਾਰ ਹੋ ਗਿਆ ਬਾਬਾ ਫਰੀਦ ਜੀ ਨੂੰ, ਇੱਥੇ ਸੂਖਮ ਹੰਕਾਰ ਹੋ ਗਿਆ। ਮੇਰੇ ਬਚਨ ਪੂਰੇ ਹੁੰਦੇ। ਇਹ ਪਹਿਲਾਂ ਦੀਆਂ ਗੱਲਾਂ, ਜਦੋਂ ਬੂੰਦ ਸਮੁੰਦਰ 'ਚ ਪੂਰੀ ਤਰ੍ਹਾਂ ਲੀਨ ਨਹੀਂ ਹੋਈ ਹਜੇ। ਇਹ ਪਹਿਲਾਂ ਦੀਆਂ ਗੱਲਾਂ, ਜਦੋਂ ਬੰਦਾ ਤੁਰਦਾ ਤੇ ਬਹੁਤ ਕੁਝ ਹੁੰਦਾ, ਬੰਦਗੀ ਦੇ ਰਾਹ 'ਤੇ ਰੁਕਾਵਟਾਂ ਪੈਂਦੀਆਂ। ਫਿਰ ਮਨ 'ਚ ਸੋਚਿਆ, ਫਰੀਦ ਤੇਰੇ ਤਾਂ ਬੋਲ ਵੀ ਪੂਰੇ ਹੋਣ ਲੱਗ ਗਏ ਆ, ਤੂੰ ਤਾਂ ਬਹੁਤ ਉਚਾਈਆਂ ਹਾਸਲ ਕਰ ਗਿਆ। ਬੰਦੇ ਨੂੰ ਲੱਗਦਾ ਵੀ ਮੈਂ ਕੁਝ ਹੈਗਾ। ਖੰਭ ਹੁੰਦਾ, ਤੁਸੀਂ ਵੇਖਿਓ, ਛੋਟੇ ਛੋਟੇ ਪੱਤੇ ਹੁੰਦੇ ਆ, ਹਵਾ ਉਹਨਾਂ ਨੂੰ ਉਡਾ ਕੇ ਲੈ ਜਾਂਦੀ ਹੈ। ਉਹਨਾਂ ਨੂੰ ਲੱਗਦਾ ਵੀ ਮੈਂ ਉੱਡਿਆ ਫਿਰਦਾ। ਲਿਫਾਫੇ ਨਹੀਂ ਉੱਡਦੇ ਹਵਾ 'ਚ, ਹਨੇਰੀ 'ਚ ਬਹੁਤ ਉੱਡਦੇ ਆ। ਉਹਨਾਂ ਨੂੰ ਲੱਗਦਾ ਅਸੀਂ ਉੱਡ ਰਹੇ ਹਾਂ। ਇਹ ਨਹੀਂ ਪਤਾ ਉਡਾਉਣ ਵਾਲੀ ਹਵਾ। ਬੰਦਾ ਵੀ ਕਈ ਵਾਰੀ ਸਮਝ ਲੈਂਦਾ ਕਿ ਮੈਂ ਪਤਾ ਨਹੀਂ ਕੀ ਬਣ ਗਿਆ। ਇੱਦਾਂ ਹੋ ਗਿਆ ਕੁਛ ਹਿਸਾਬ ਕਿਤਾਬ ਬਾਬਾ ਫਰੀਦ ਜੀ ਨੂੰ। ਉਹ ਅੱਗੇ ਗਏ ਇੱਕ ਦਿਨ, ਤੇ ਲੱਗੀ ਤੇ ਇੱਕ ਨਗਰ ਵਿੱਚ ਗਏ।
ਉੱਥੇ ਨਵੀਂ ਵਿਆਹੀ ਕੋਈ ਹੱਥ ਦੇ ਵਿੱਚ ਉਹਦੇ ਚੂੜਾ ਪਾਇਆ ਅਤੇ ਸਾਰੇ ਉਹਨੇ ਸੁਹਾਗ ਦੇ ਜਿਹੜੇ ਸ਼ਿੰਗਾਰ ਕੀਤੇ ਆ ਅਤੇ ਖੂਹ 'ਚੋਂ ਪਾਣੀ ਕੱਢ ਰਹੀ ਆ। ਉਹ ਵੀ ਅੱਗੋਂ ਕਮਾਈ ਵਾਲੀ ਸੀ, ਉਹ ਵਿਆਹੀ ਹੋਈ ਸੀ, ਪਰ ਉਹਦਾ ਸਿਦਕ ਬਹੁਤ ਸੀ ਆਪਦੇ ਪਤੀ 'ਤੇ। ਉਹਨੇ ਆਪਦੇ ਪਤੀ ਤੋਂ ਬਿਨਾਂ ਕਿਸੇ ਵੱਲ ਦੇਖਿਆ ਤੱਕ ਨਹੀਂ ਸੀ ਅਤੇ ਇਸ ਤੋਂ ਇਲਾਵਾ ਵਾਹਿਗੁਰੂ ਦਾ ਭਜਨ ਸਿਮਰਨ ਕਰਨ ਵਾਲੀ ਸੀ। ਉਹ ਵਿਆਹਤੀ ਘਰਦਿਆਂ ਨੇ, ਮਾਂ ਪਿਓ ਨੇ ਵਿਆਹ ਕੇ ਇਸ ਨਗਰ 'ਚ ਆਈ ਆ, ਪਾਣੀ ਭਰ ਰਹੀ ਆ। ਪਾਣੀ ਭਰਦੀ ਵੀ ਕਾਹਦਾ, ਭਰਦੀ ਆ ਡੋਲ ਦਿੰਦੀ ਆ ਬਾਹਰ, ਭਰਦੀ ਆ ਡੋਲ ਦਿੰਦੀ ਆ ਬਾਹਰ। ਬਾਬਾ ਫਰੀਦ ਜੀ ਗਰਮੀ ਦਾ ਮੌਸਮ ਕਹਿਣ ਲੱਗੇ ਕਿ ਬੀਬਾ ਜੀ ਮੈਨੂੰ ਜਲ ਛਕਾ ਦਿਓ, ਪਿਆਸ ਲੱਗੀ ਆ। ਉਹ ਕਹਿੰਦੀ ਰੁਕ ਜਾਓ, ਤੁਸੀਂ ਇੱਥੇ ਵੇਟ ਕਰੋ, ਉਡੀਕ ਕਰੋ, ਛਕਾਉਣੀ ਆ। ਉਹ ਪਾਣੀ ਦੀ ਬਾਲਟੀ ਭਰੇ ਅਤੇ ਡੋਲ ਦਵੇ। ਉਹਨੇ ਬਹੁਤ ਵਾਰ ਇਵੇਂ ਕੀਤਾ। ਬਾਬਾ ਫਰੀਦ ਜੀ ਕਹਿਣ ਲੱਗੇ ਇਹ ਕੀ ਕਰ ਕੀ ਰਹੀ ਆ? ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਪਾਣੀ ਕਿਉਂ ਡੋਲੀ ਜਾਂਦੀ ਆ? ਪਾਣੀ ਤਾਂ ਪੀਣ ਵਾਸਤੇ ਹੁੰਦਾ, ਵੈਸੇ ਹੀ ਡੋਲੀ ਜਾਂਦੀ ਬਾਲਟੀਆਂ ਭਰ ਕੇ ਵੀ ਇਹ ਝੱਲੀ ਲੱਗਦੀ ਆ ਕੋਈ। ਮੈਂ ਕਦ ਦਾ ਕਹਿ ਰਿਹਾ ਮੈਨੂੰ ਪਾਣੀ ਦੇ, ਪਾਣੀ ਦੇ, ਪਾਣੀ ਨਹੀਂ ਪਿਆ ਰਹੀ। ਮਨ 'ਚ ਫਿਰ ਫੁਰਨ ਆਇਆ ਵੀ ਮੇਰੇ ਫੁਰਨੇ ਸੱਚ ਹੁੰਦੇ। ਹਜੇ ਕਹਿਣ ਹੀ ਲੱਗੇ ਆ ਉਹਨੂੰ ਕੁਝ ਅਤੇ ਉਹਨੇ ਅੱਗੋਂ ਕਹਿਤਾ। ਉਹ ਕਹਿਣ ਲੱਗੀ ਦੇਖੋ ਫਰੀਦ, ਮੈਂ ਕੋਈ ਚਿੜੀ ਨਹੀਂ ਹੈਗੀ, ਤੇਰੇ ਕਹਿਣ ਨਾਲ ਜਿਉਂ ਪਊਂਗੀ, ਤੇਰੇ ਕਹਿਣ ਨਾਲ ਮਰ ਜੂੰਗੀ। ਬਾਬਾ ਫਰੀਦ ਜੀ ਨੂੰ ਉੱਥੇ ਗੁੱਸਾ ਆਇਆ ਕਿ ਪਾਣੀ ਨਹੀਂ ਪਿਆ ਰਹੀ, ਮੈਂ ਕੁਝ ਬਚਨ ਇੱਦਾਂ ਦੇ ਕਰਦਾ। ਹਜੇ ਕਹਿਣਾ ਹੀ ਸੀ, ਉਹ ਅੱਗੋਂ ਬੋਲ ਪਈ ਆ। ਉਹਨੇ ਦੇਖਿਆ ਪਾਣੀ, ਉਹਨੇ ਬੰਦ ਕਰਤਾ। ਝਾਕ ਕੇ ਉਹਨੇ ਪੂਰੇ ਧਿਆਨ ਨਾਲ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਕਿ ਮੈਂ ਕੋਈ ਚਿੜੀ ਨਹੀਂ ਹੈਗੀ, ਫਰੀਦ ਤੇਰੇ ਕਹਿਣ ਨਾਲ ਮਰ ਜੂ, ਤੇਰੇ ਕਹਿਣ ਨਾਲ ਜਿਉਂ ਪਊ। ਬਾਬਾ ਫਰੀਦ ਜੀ ਸੋਚਣ ਲੱਗੇ, ਕਹਿੰਦੇ ਜਿੱਥੇ ਚਿੜੀਆਂ ਮਰੀਆਂ ਜਿਉਂਦੀਆਂ ਉੱਥੇ ਕੋਈ ਨਹੀਂ ਸੀ, ਚਿੜੀਆਂ ਤੇ ਮੇਰੇ ਤੋਂ ਬਿਨਾਂ ਇਹ ਕਿਵੇਂ ਜਾਣਦੀ ਆ? ਫਿਰ ਨੀਵੇਂ ਹੋਏ, ਪੁੱਛਿਆ ਤੂੰ ਕੌਣ ਆ? ਇਹ ਸਭ ਕੁਝ ਕੀ ਹੋ ਰਿਹਾ? ਪਾਣੀ ਕਿਉਂ ਡੋਲ ਰਹੀਆਂ? ਕਹਿੰਦੇ ਇੱਥੋਂ ਦੂਰ ਕੋਈ ਘਰ ਆ, ਉਹਦੇ ਵਿੱਚ ਅੱਗ ਲੱਗੀ ਹੋਈ ਆ। ਉਹ ਵੀ ਵਿਚਾਰੇ ਗਰੀਬ ਨੇ, ਸੋਚਿਆ ਉਹਨਾਂ ਦਾ ਸਮਾਨ ਨਾ ਸੜ ਕੇ ਸੁਆਹ ਹੋ ਜੇ, ਮਦਦ ਕਰ ਰਹੀਆਂ। ਦਇਆ ਆ ਗਈ, ਤਰਸ ਆ ਗਿਆ ਇੱਥੋਂ ਹੀ। ਬਾਬਾ ਫਰੀਦ ਜੀ ਕਹਿੰਦੇ ਇਹ ਸਭ ਕਿਵੇਂ ਹੋ ਗਿਆ? ਮੇਰਾ ਨਾਂ ਕਿਵੇਂ ਪਤਾ ਤੈਨੂੰ? ਇੰਨਾ ਕੁਝ ਕਿਵੇਂ ਪਾਲਿਆ? ਉਹ ਕਹਿਣ ਲੱਗੀ ਮੈਂ ਤਾਂ ਜਦੋਂ ਵਿਆਹੀ ਗਈ ਹਾਂ, ਮੈਂ ਆਪਦੇ ਪਤੀ ਤੋਂ ਬਿਨਾਂ ਕਿਸੇ ਹੋਰ ਵੱਲ ਤੱਕਿਆ ਤੱਕ ਨਹੀਂ ਅੱਜ ਤੱਕ। ਗਲਤ ਨਿਗਾਹ ਨਾਲ, ਜਿਹਨੂੰ ਆਪਾਂ ਕਰੈਕਟਰ ਕਹਿੰਦੇ ਹਾਂ, ਇਖਲਾਕ ਮੇਰਾ ਪੂਰਾ ਹੈ। ਅਤੇ ਉਸ ਤੋਂ ਬਾਅਦ ਮੈਂ ਨਾਮ ਸਿਮਰਨ ਕਰਦੀ ਹਾਂ, ਕੰਮ ਧੰਦੇ ਕਰਦੀ, ਆਟਾ ਗੁੰਨਦੀ, ਪਾਣੀ ਢੋਂਦੀ, ਸਭ ਕੁਝ, ਤਾਂ ਬਸ ਮੈਨੂੰ ਇਹ ਤਾਂ ਮਿਲ ਗਿਆ। ਬਾਬਾ ਫਰੀਦ ਜੀ ਕਹਿਣ ਲੱਗੇ ਫਿਰ ਮੈਂ ਤਾਂ ਕੁਝ ਵੀ ਨਹੀਂ ਹੈਗਾ। ਉਹਨੇ ਆਖਿਆ ਫਰੀਦ ਤੈਨੂੰ ਹੰਕਾਰ ਹੋ ਗਿਆ, ਤੂੰ ਹਜੇ ਤੁਰਿਆ ਵੀ ਨਹੀਂ ਪੂਰਾ। ਜਿਵੇਂ ਬੱਚਾ ਜਿਹੜਾ ਆਪਾਂ ਕਹਿੰਦੇ ਹਾਂ ਜਨਮ ਹੋ ਗਿਆ, ਤੁਰਨ ਤੋਂ ਪਹਿਲਾਂ ਨਾ ਉਹ ਰਿੜਦਾ ਨਾ ਉਹ ਤੁਰਦਾ। ਤੁਰਦਾ ਕੀ ਆ? ਡਿੱਗ ਪੈਂਦਾ। ਫਿਰ ਬੱਚੇ ਇੱਦਾਂ ਕਰਦੇ ਆ, ਫਿਰ ਉੱਠਦੇ ਆ, ਫਿਰ ਡਿੱਗ ਪੈਂਦੇ। ਉਹ ਕਹਿਣ ਲੱਗੀ ਤੂੰ ਤਾਂ ਹਜੇ ਤੁਰਿਆ ਵੀ ਨਹੀਂ ਅਤੇ ਬਜ਼ੁਰਗਾਂ ਵਾਲਾ ਤੂੰ ਹੰਕਾਰ ਕਰ ਲਿਆ। ਫਰੀਦ ਇਹ ਨਾ ਕਰ। ਇੱਕ ਨਵੀਂ ਵਿਆਹੀ ਦੁਲਹਨ ਨੇ ਬਾਬਾ ਫਰੀਦ ਜੀ ਨੂੰ ਸਿੱਖਿਆ ਦਿੱਤੀ ਕਿ ਗਰਬ ਨਾ ਕੀਜੀ, ਤੂੰ ਆਪਦੀ ਬੰਦਗੀ ਦਾ ਹੀ ਹੰਕਾਰ ਕਰਨ ਲੱਗ ਗਿਆ। ਇਹਦੇ ਨਾਲ ਤਾਂ ਨਿਮਰਤਾ ਆਉਂਦੀ ਹੁੰਦੀ ਹੈ, ਤੂੰ ਸਹੀ ਕਰ ਇਹਨੂੰ। ਤੇਰੇ ਬੋਲਾਂ ਨਾਲ ਜੇ ਕੁਝ ਪੂਰਾ ਹੁੰਦਾ, ਹੁਣ ਤੂੰ ਚਿੜੀਆਂ ਮਾਰੇਂਗਾ। ਜੇ ਤੇਰੀ ਕਮਾਈ ਦੇ ਨਾਲ ਪੂਰੇ ਹੁੰਦੇ ਆ ਵਾਕ, ਹੁਣ ਤੂੰ ਬੰਦਿਆਂ ਨੂੰ ਦੁੱਖ ਦੇਵੇਂਗਾ ਵੀ ਤੇਰਾ ਕੰਮ ਵਿਗੜ ਜੇ, ਇਵੇਂ ਵੀ ਕਿਹਾ ਕਰੇਗਾ। ਫਿਰ ਉਹ ਕਹਿੰਦੇ ਭੁੱਲ ਹੋ ਗਈ। ਉਸ ਤੋਂ ਬਾਅਦ ਉਹ ਦਿਨ ਗਿਆ, ਬਾਬਾ ਫਰੀਦ ਜੀ ਨੇ ਇੱਥੋਂ ਤੱਕ ਕਹਿਤਾ ਫਰੀਦਾ ਬੁਰੇ ਦਾ ਭਲਾ ਕਰ। ਜੇ ਕੋਈ ਤੇਰਾ ਬੰਦਿਆ ਬੁਰਾ ਵੀ ਕਰ ਜੇ ਨਾ, ਇੰਨਾ ਨਿਮਰ ਹੋਵੇਂ ਤੂੰ ਉਹਨੂੰ ਵੀ ਕਹਿ ਸਕੇ ਤੇਰਾ ਭਲਾ ਹੋਵੇ। ਫਿਰ ਤਾਂ ਗੱਲਾਂ ਹੀ ਗਾਂਹ ਹੋ ਗਈਆਂ ਕਮਾਈ ਦੀਆਂ। ਇਹ ਤਾਂ ਪਹਿਲਾਂ ਦੀਆਂ ਗੱਲਾਂ। ਇਹ ਨਾ ਕਹਿਣਾ ਕਿ ਬਾਬਾ ਫਰੀਦ ਜੀ ਬਾਰੇ ਇਵੇਂ ਕਹਿ ਰਹੇ ਆ, ਕਈ ਵਾਰੀ ਸਾਡਾ ਦਿਮਾਗ ਉਹਨਾਂ ਕੁ ਅਸੀਂ ਵਰਤਦੇ ਹਾਂ। ਇਹ ਤਾਂ ਪਹਿਲਾਂ ਦੀਆਂ ਗੱਲਾਂ ਸੀ। ਜਿਹੜੀ ਆਹ ਅਵਸਥਾ ਵਾ ਬੁਰੇ ਦਾ ਭਲਾ ਕਰ, ਦੁਸ਼ਮਣ ਨੂੰ ਵੀ ਗਲਵੱਕੜੀ ਵਿੱਚ ਪਾ ਕੇ ਸ਼ਰਮਿੰਦਾ ਕਰ ਦੇਣਾ, ਇਹ ਬਾਬਾ ਫਰੀਦ ਜੀ ਨੂੰ ਆਉਂਦਾ, ਆਪਾਂ ਨੂੰ ਨਹੀਂ ਆਉਂਦਾ ਹਜੇ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾਹਾ ਕਰਤ ਬਿਹਾਨੀ ਅਵਦੇ ਤਾਵੇਂ ਸੰਤੋਖ ਨ ਪਾਇਆ।
ਬਾਬਾ ਫਰੀਦ ਜੀ ਨੇ ਇੰਨੀ ਬੰਦਗੀ ਕੀਤੀ। ਦੁਨੀਆ ਦੇ ਵਿਦਵਾਨ ਅੱਜ ਕਹਿੰਦੇ ਆ ਸ਼ੱਕਰ ਜਿਹੜੀ ਆ, ਖੰਡ ਜਿਹੜੀ ਆ, ਸ਼ਹਿਦ ਜਿਹੜਾ ਉਹ ਫਿੱਕਾ, ਬਾਬਾ ਫਰੀਦ ਦੀ ਬਾਣੀ ਬਹੁਤ ਮਿੱਠੀ ਆ। ਇਹਨਾਂ ਦੀਆਂ ਕਿਤਾਬਾਂ, ਇਹਨਾਂ ਦੇ ਸ਼ਲੋਕਾਂ ਦੀ ਵਿਆਖਿਆ ਲਿਆ ਕੇ ਸਾਨੂੰ ਘਰਾਂ ਵਿੱਚ ਰੱਖਣੀ ਚਾਹੀਦੀ ਆ। ਪੜ੍ਹੀਏ ਭਾਵੇਂ ਨਾ ਪੜ੍ਹੀਏ। ਤੁਸੀਂ ਕਹੋਗੇ ਕਿਉਂ, ਇਹ ਕਿਉਂ ਕਿਹਾ? ਘਰ ਵਿੱਚ ਕੋਈ ਵੀ ਚੀਜ਼ ਪਈ ਆ ਨਾ, ਕਦੇ ਨਾ ਕਦੇ ਬੰਦਾ ਸਫਾਈ ਕਰਦਾ ਵੀ, ਉਹਦੇ ਦਰਸ਼ਨ ਜ਼ਰੂਰ ਕਰਦਾ। ਤੁਸੀਂ ਨਾ ਪੜ੍ਹੋਗੇ, ਤੁਹਾਡੇ ਨਿਆਣੇ ਪੁੱਤ ਪੋਤੇ ਪੜ੍ਹਨਗੇ। ਉਹ ਨਾ ਪੜ੍ਹਨਗੇ ਪਿਆ ਹੋਇਆ, ਕਿਤੇ ਨਾ ਕਿਤੇ ਕੋਈ ਪੜ੍ਹੂਗਾ। ਚੰਗੀਆਂ ਕਿਤਾਬਾਂ ਘਰ ਵਿੱਚ ਲਿਆ ਕੇ ਰੱਖਣੀਆਂ ਚਾਹੀਦੀਆਂ। ਇਹੀ ਸਾਡਾ ਸਰਮਾਇਆ ਹੁੰਦੀਆਂ। ਮੁਕਤ ਮਾਲ, ਮੋਤੀਆਂ ਦੀ ਮਾਲਾ, ਕਨਕ ਸੋਨਾ, ਲਾਲ ਹੀਰਾ, ਹੀਰਾ ਤੇ ਲਾਲ, ਮਨੋਰੰਜਨ ਕੀ ਮਾਇਆ, ਪੈਸੇ ਘਰ ਵਿੱਚ ਪਏ ਹੋਣ, ਹਾ ਕਰਤ ਬਿਹਾਨੀ ਅਵਦੇ, ਪਰ ਫਿਰ ਵੀ ਜ਼ਿੰਦਗੀ ਹਾਏ ਹਾਏ ਕਰਦਿਆਂ ਦੀ ਲੰਘਦੀ ਆ। ਇੰਨਾ ਕੁਝ ਆ। ਤਾਂ ਮੈਂ ਸੰਤੋਖ ਨਾ ਪਾਇਆ। ਸੰਤੋਖ ਬੰਦੇ ਨੂੰ ਆਉਂਦਾ ਨਹੀਂ। ਸੋਨੇ ਦੇ ਸਿੱਕਿਆਂ ਦਾ ਮੀਂਹ ਵੀ ਪੈ ਜੇ, ਬੰਦਾ ਰੱਜ ਨਹੀਂ ਸਕਦਾ। ਮਹਾਤਮਾ ਬੁੱਧ ਜੀ, ਕਿਹੜਾ ਬੰਦਾ ਜਿਹ 'ਚ ਸੰਤੋਖ ਨਹੀਂ ਹੈਗਾ। ਹਸਤ ਰਥ ਅਸਬ ਪਵਨ ਤੇਜ, ਹਾਥੀ ਘੋੜੇ ਤੇ ਬਹੁਤ ਤੇਜ਼ ਭੱਜਣ ਵਾਲੇ ਘੋੜੇ, ਚੰਗੀ ਨਸਲ ਦੇ, ਬਹੁਤ ਸੋਹਣੀ ਜ਼ਮੀਨ, ਭੂਮਣ ਚਤਰੰਗਾ, ਚੰਗੇ ਪਲਾਟ ਹੋਣ, ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਇਹਨਾਂ 'ਚੋਂ ਕੋਈ ਵੀ ਚੀਜ਼ ਨਾਲ ਨਹੀਂ ਜਾਂਦੀ। ਊਠ ਸਧਾਇਓ ਨਾਂਗਾ, ਨੰਗਾ ਹੀ ਬੰਦਾ ਆਉਂਦਾ, ਨੰਗਾ ਹੀ ਬੰਦਾ ਜਾਂਦਾ ਹੈ। ਨਾਂਗੇ ਆਵਣ ਨਾਂਗੇ ਜਾਣਾ, ਗੁਰੂ ਬਾਣੀ ਦੇ ਵਚਨ ਆ। ਨਾਂਗੇ ਆਵਣ ਨਾਂਗੇ ਜਾਣਾ, ਇਨਸਾਨ ਨੰਗੇ ਹੀ ਆਉਂਦੇ ਆ, ਨੰਗੇ ਹੀ ਇਸ ਦੁਨੀਆ ਤੋਂ ਜਾਂਦੇ ਆ। ਕੁਝ ਨਹੀਂ ਲੈ ਕੇ ਜਾਂਦੇ, ਖਾਲੀ ਹੱਥ ਆਉਂਦੇ, ਖਾਲੀ ਜਾਂਦੇ ਆ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ, ਤਾਂ ਕਿ ਹਰ ਹਰ ਗਾਈਏ। ਆਪਦੇ ਗੁਰੂ ਦੇ ਕੋਲ ਬਹਿ ਕੇ ਹਰੀ ਨੂੰ ਗਾਓ, ਇਹ ਜ਼ਰੂਰ ਨਾਲ ਜਾਊਗਾ। ਨਾਨਕ ਈਹਾਂ ਸੁਖ ਇੱਥੇ ਸੌਖਾ, ਇਹੀ ਸੌਖਾ ਉਹਦੇ ਗੁਣ ਗਾਉਣੇ। ਸਭ ਤੋਂ ਚੰਗਾ ਕੀ ਆਨੰਦ ਲਾਲ, ਗੁਰੂ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਹਿ ਲੈਣਾ। ਸਭ ਤੋਂ ਬੁਰਾ ਕੀ ਹੁੰਦਾ ਆਨੰਦ ਲਾਲ, ਰੱਬ ਨੂੰ ਭੁੱਲ ਜਾਣਾ, ਆਪਦੇ ਗੁਰੂ ਨੂੰ ਭੁੱਲ ਜਾਣਾ। ਈਹਾਂ ਸੁਖ ਆਗੇ ਮੁਖ ਊਜਲ, ਸੰਗ ਸੰਤਨ ਕਹਿ ਪਾਈਏ। ਚੰਗੇ ਕਰਮ ਕਰਕੇ ਜਾਣੇ, ਲੋਕਾਂ ਦੇ ਹੰਝੂ ਪੂੰਝਣੇ, ਉਹਨਾਂ ਦਾ ਖਿਆਲ ਰੱਖਣਾ, ਸਵਾਰਥ ਤੋਂ ਉੱਪਰ ਹੋਣਾ, ਇਹ ਜ਼ਿੰਦਗੀ ਦੀਆਂ ਉਚਾਈਆਂ ਨੂੰ ਛੂਹਣਾ। ਕੋਈ ਜਾਣੇ ਕਬਣੀ ਹਾਂ ਜਗ ਮੀਤ, ਦੁਨੀਆ 'ਚ ਕੋਈ ਆ, ਕੋਈ ਤੋਂ ਭਾਵ ਕਰੋੜਾਂ ਪਿੱਛੇ ਕੋਈ ਹੋਊਗਾ ਇੱਕ। ਇਹ ਕਹਿ ਰਹੇ ਆ ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਹੀ ਆ ਜਿਹਦੇ ਦਿਲ 'ਚ ਉਹਦੀ ਯਾਦ ਆ, ਜਿਹਦੇ ਦਿਲ 'ਚ ਉਹਦਾ ਦਰਦ ਆ ਕਿ ਮੈਂ ਵਿਛੜ ਗਿਆ ਆਪਦੇ ਵਾਹਿਗੁਰੂ ਤੋਂ। ਕੋਈ ਆ ਕੇ ਦੁਨੀਆ 'ਤੇ ਚੰਗੇ ਕਰਮ ਕਰਦਾ ਨਹੀਂ। ਬਹੁਤਾ ਵਿਖਾਵਾ ਹੈ, ਬਹੁਤਾ ਭੇਖ ਆ। ਮਾਫ਼ ਕਰਨਾ, 99% ਧਰਮ ਦੀ ਦੁਨੀਆ 'ਚ ਪਖੰਡ ਆ। ਧਰਮ ਦੀ ਦੁਨੀਆ 'ਚ ਲੋਕ ਧਰਮ ਦੇ ਨਾਂ 'ਤੇ ਪਖੰਡ ਕਰਦੇ, ਵਹਿਮਾਂ ਭਰਮਾਂ 'ਚ ਪਾਈ ਜਾਂਦੇ ਆ, ਬਾਣੀ ਨਾਲ ਨਹੀਂ ਜੁੜਨ ਦਿੰਦੇ ਲੋਕਾਂ ਨੂੰ। ਇਹੋ ਜਿਹੇ ਲੋਕ ਵੀ ਹੈਗੇ ਅਤੇ ਉਹ ਕਹਿੰਦੇ ਅਸੀਂ ਧਰਮੀ ਆ। ਧਰਮੀ 1% ਲੋਕ ਆ, 99% ਭੇਖ ਹੋ ਸਕਦਾ, ਪਖੰਡ ਹੋ ਸਕਦਾ, ਵਹਿਮ ਭਰਮ ਭੁਲੇਖੇ ਹੋ ਸਕਦੇ ਆ। ਧਰਮ 1% ਆ ਲੋਕਾਂ ਕੋਲ, ਉਹਨਾਂ ਕਰਕੇ ਧਰਤੀ ਖੜੀ ਆ। 99% ਲੋਕ ਹੋਰ ਹੀ ਚੀਜ਼ਾਂ 'ਚ ਫਸੇ ਹੋਏ ਆ। 1% ਲੋਕ ਕਮਾਈ ਵਾਲੇ ਆ। ਜਿਹੜੇ 1% ਆ ਉਹਨਾਂ ਕਰਕੇ ਆ ਦੁਨੀਆ ਲੱਗਦੀ ਆ। ਇੱਕ ਛੋਟੀ ਜਿਹੀ ਕਹਾਣੀ ਆ ਸਾਡੇ ਇਤਿਹਾਸ ਦੀ, ਬਹੁਤ ਪਿਆਰੀ, ਉਹ ਕਹਿ ਕੇ ਸਮਾਪਤੀ ਕਰਾਂਗੇ। ਕੋਈ ਬਜ਼ੁਰਗ ਮਾਤਾ ਭੀੜ ਦੇ ਵਿੱਚ ਖੜੀ ਆ ਤੇ ਅੱਗੇ ਆਉਣਾ ਚਾਹੁੰਦੀ ਆ। ਕੋਈ ਬਜ਼ੁਰਗ ਮਾਤਾ, ਉਹਦੀਆਂ ਅੱਖਾਂ ਵਿੱਚ ਹੰਝੂ ਆ ਤੇ ਇੱਕ ਆਸ ਰੱਖੀ ਹੋਈ ਆ। ਆਸ ਰੱਖੀ ਹੋਈ ਤੇ ਭੀੜ 'ਚੋਂ ਵੱਧ ਕੇ ਅੱਗੇ ਆਉਣਾ ਚਾਹੁੰਦੀ ਆ। ਸੈਨਿਕਾਂ ਨੂੰ ਧੱਕਾ ਮਾਰ ਰਹੇ ਆ, ਪਿੱਛੇ ਹਟਾ ਰਹੇ ਆ। ਕੋਈ ਰਾਜਾ ਲੰਘ ਰਿਹਾ ਹੈ, ਇਹ ਸਭ ਕੁਝ ਉਹ ਰਾਜਾ ਵੇਖ ਰਿਹਾ। ਰਾਜੇ ਨੇ ਆਵਾਜ਼ ਦਿੱਤੀ ਜਦੋਂ ਵੇਖਿਆ ਕਿ ਇੱਕ ਬਜ਼ੁਰਗ ਔਰਤ ਨੂੰ ਪਿੱਛੇ ਕੋਈ ਧਕੇਲ ਰਿਹਾ। ਉਹਦੇ ਹੱਥ ਵਿੱਚ ਇੱਕ ਤਵਾ ਫੜਿਆ ਹੋਇਆ। ਮਹਾਰਾਜੇ ਦੀ ਆਵਾਜ਼ ਆਈ ਆ। ਕਹਿਣ ਲੱਗੇ ਸੈਨਿਕਾਂ ਨੂੰ, ਬਜ਼ੁਰਗ ਮਾਤਾ ਨੂੰ ਅੱਗੇ ਆਉਣ ਦਿਓ। ਅੱਗੇ ਆਈ, ਆਉਂਦਿਆਂ ਸਾਰ ਆਪਦਾ ਤਵਾ ਉਸ ਰਾਜੇ ਦੇ
ਪੈਰਾਂ ਦੇ ਨਾਲ ਘਸਾਉਣਾ ਸ਼ੁਰੂ ਕੀਤਾ। ਉਹ ਘੋੜੇ ਤੇ ਬੈਠੇ ਆ। ਸੈਨਿਕਾਂ ਨੂੰ ਲੱਗਾ ਹਮਲਾ ਨਾ ਕਰ ਦਵੇ, ਉਹਨਾਂ ਬਾਂਹ ਫੜ ਕੇ ਫਿਰ ਪਿੱਛੇ ਕਰ ਦਿੱਤਾ। ਉਹ ਕਹਿੰਦੇ ਇਹ ਕੀ ਤੂੰ ਕਰ ਰਹੀ ਆ? ਮਹਾਰਾਜੇ ਨੇ ਪੁੱਛਿਆ ਕੌਣ ਨੇ? ਸ਼ੇਰੇ ਪੰਜਾਬ ਜੀ ਸਨ ਮਹਾਰਾਜਾ ਰਣਜੀਤ ਸਿੰਘ। ਕਹਿੰਦੇ ਕੌਣ ਆ ਮਾਤਾ, ਇਹ ਕੀ ਕਰ ਰਹੇ ਹੋ ਤੁਸੀਂ? ਕਹਿੰਦੇ ਸੁਣਿਆ ਰਣਜੀਤ ਤੂੰ ਪਾਰਸ ਆ। ਸੁਣਿਆ? ਪਾਰਸ ਪਤਾ ਕਿਹਨੂੰ ਕਹਿੰਦੇ ਆ? ਇੱਕ ਪੱਥਰ ਆ, ਮੰਨਿਆ ਜਾਂਦਾ ਇੱਕ ਪੱਥਰ ਆ, ਉਹਦੇ ਨਾਲ ਲੋਹੇ ਨੂੰ ਛੁਹਾ ਦਿਓ, ਲੋਹਾ ਸੋਨਾ ਬਣ ਜੂਗਾ। ਕਹਿਣ ਲੱਗੇ ਸੁਣਿਆ ਤੂੰ ਪਾਰਸ ਆ, ਮੇਰੇ ਘਰ ਵਿੱਚ ਗਰੀਬੀ ਇੱਕ ਤਵਾ ਹੀ ਆ ਲੋਹੇ ਦਾ, ਲੈ ਆਈ ਆ, ਤੇਰੇ ਨਾਲ ਘਸਾਉਣਾ ਚਾਹੁੰਦੀ, ਇਹ ਤੇਰੇ ਨਾਲ ਛੁਹਾਉਣਾ ਚਾਹੁੰਦੀ ਆ ਕਿ ਸੋਨਾ ਬਣ ਜੇ, ਗਰੀਬੀ ਦੂਰ ਹੋਊਗੀ। ਕਹਿਣ ਲੱਗੇ ਮਾਤਾ ਜੀ ਮੈਂ ਕੋਈ ਪਾਰਸ ਨਹੀਂ ਹੈਗਾ, ਪਾਰਸ ਤਾਂ ਮੇਰਾ ਗੁਰੂ ਆ, ਪਾਰਸ ਤਾਂ ਗੁਰੂ ਗੋਬਿੰਦ ਸਿੰਘ ਜੀ ਆ। ਗੁਰ ਪਾਰਸ ਹਮ ਲੋਹ, ਮੈਂ ਤਾਂ ਆਪ ਲੋਹਾ, ਮੈਂ ਤਾਂ ਲੋਹੇ ਵਾਂਗ ਸਖਤ ਹਾਂ। ਗੁਰੂ ਮੇਰਾ ਪਾਰਸ ਆ, ਪਰ ਹਾਂ ਮੇਰੇ ਗੁਰੂ ਦੇ ਕੁਝ ਬਚਨ ਆ। ਤੂੰ ਇਉਂ ਕਰਕੇ ਤਵਾ ਸਾਨੂੰ ਦੇ ਕਿ ਤਵੇ ਨੂੰ ਤੋਲੋ, ਕਿੰਨੇ ਕੁ ਕਿੱਲੋ ਦਾ ਇਹ? ਤੋਲਿਆ, ਕਹਿੰਦੇ ਇੰਨੇ ਕਿੱਲੋ ਦਾ। ਸੇਵਕ ਕਹਿੰਦੇ ਵੀ ਇੰਨਾ ਸੋਨਾ ਉਹਨੂੰ ਦਿਓ। ਮਾਤਾ ਨੂੰ ਦੇ ਦਿੱਤਾ। ਜਿੰਨੇ ਕਿੱਲੋ ਦਾ ਉਹ ਤਵਾ ਸੀ, ਪੁਰਾਣੇ ਤਵੇ ਭਾਰੇ ਹੁੰਦੇ ਸੀ, ਓਨਾ ਹੀ ਸੋਨਾ ਉਹਨੂੰ ਦੇ ਦਿੱਤਾ ਹੈ। ਸੰਗਤ ਜੀ ਸੋ ਗੁਰੂ ਪਿਆਰਿਓ ਇਹੋ ਜਿਹੇ ਰਾਜੇ ਵੀ ਹੋਏ ਆ। ਫਿਰ ਉਹ ਕਹਿਣ ਲੱਗੀ ਰਣਜੀਤ ਸਿਆਂ ਵਾਕਈ ਸੱਚੀ ਤੂੰ ਗੁਰੂ ਦਾ ਕਾਂਚਨ ਆ, ਗੁਰੂ ਦਾ ਸੋਨੇ ਵਾਲਾ ਸਿੱਖ ਆ, ਵਾਕਈ ਤੂੰ ਗੁਰੂ ਦੇ ਦੱਸੇ ਕਦਮਾਂ 'ਤੇ ਚੱਲਿਆ। ਤਾਂ ਕਹਿਣ ਦਾ ਭਾਵ ਇਹ ਹੁੰਦਾ ਬਸ ਇਹ ਜਦੋਂ ਗੱਲਾਂ ਆਪਾਂ ਸੁਣਦੇ ਹਾਂ ਚੰਗੀਆਂ ਲੱਗਦੀਆਂ, ਜੇ ਇਹਨਾਂ ਨੂੰ ਕਰਨ ਲੱਗ ਜਾਈਏ ਕਿੰਨੀਆਂ ਚੰਗੀਆਂ ਹੋਣਗੀਆਂ। ਸੁਣਨ ਨਾਲ ਇੰਨਾ ਚੰਗਾ ਲੱਗ ਰਿਹਾ, ਜੇ ਕਰਨ ਲੱਗ ਗਏ ਫਿਰ ਗੱਲਾਂ ਕਿੱਥੇ ਪਹੁੰਚਣਗੀਆਂ। ਭੁੱਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ। ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ, ਛੋਟੇ ਬੱਚੇ ਉਹਨਾਂ ਨਾਲ ਪਿਆਰ ਕਰੀਏ। 4 ਦਿਨਾਂ ਦੀ ਜ਼ਿੰਦਗੀ ਆ ਇਹ, ਬਸ ਨਿਮਰਤਾ ਨਾਲ ਕੱਟ ਜਾਈਏ, ਇਹਦੇ ਵਿੱਚ ਹੀ ਭਲਾਈ ਆ ਸਭ ਦੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਤੂੰ ਠਾਕੁਰ ਤੁਮ ਪਹਿਰਦਾਸ।